ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਭਾਗਾਂ ਵਾਲੇ ਐ। ਅੱਜ ਆਪਾਂ ਸਤਿਗੁਰਾਂ ਦੀ ਬਾਣੀ ਦਾ ਵਿਚਾਰ ਕਰ ਰਹੇ ਹਾਂ। ਸਤਿਗੁਰੂ ਸਾਨੂੰ ਕੀ ਉਪਦੇਸ਼ ਦੇ ਰਹੇ ਹੈ। ਆਓ ਰਲ ਮਿਲ ਕੇ ਗੁਰੂ ਕਿਰਪਾ ਸਦਕਾ ਸਮਝਣ ਦਾ ਯਤਨ ਕਰੀਏ। 722 ਅੰਗ ਤੇ ਗੁਰੂ ਨਾਨਕ ਪਾਤਸ਼ਾਹ ਨੇ ਤਲੰਗ ਮਹੱਲਾ ਪਹਿਲੇ ਦੇ ਵਿੱਚ ਜਿਹੜੀ ਬਾਣੀ ਉਚਾਰੀ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੈ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਤ ਪੜੇ ਸ਼ੈਤਾਨ ਵੇ ਲਾਲੋ। ਮੁਸਲਮਾਨੀਆਂ ਪੜੇ ਕਿਤਾਬਾਂ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਪੇ ਲੇਖੇ ਲਾਏ ਵੇ ਲਾਲੋ। ਖੂਨ ਕੇ ਸੋਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ, ਸਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਕ ਮਸੋਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੇ ਵਖ ਅਕੇਲਾ। ਸੱਚਾ ਸੋ ਸਹਿਬ ਸੱਚ ਤਮਾਵਸ, ਸਚੜਾ ਨਿਆਓ ਕਰੇਗ ਮਸੋਲਾ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ, ਆਮਨ ਅਠਤਰੇ ਜਾਣ ਸਥਾਨ ਮੇ, ਹੋਰ ਵੀ ਉੱਠ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕਾ ਵੇਲਾ। ਹੁਣ ਇਹ ਜਿਹੜਾ ਸ਼ਬਦ ਹੈ, ਇਹ ਗੁਰੂ ਨਾਨਕ ਪਾਤਸ਼ਾਹ ਨੇ ਏਮਨਾਬਾਦ ਦੇ ਵਿੱਚ ਉਚਾਰਿਆ ਹੈ। ਉਹਨਾਂ ਨੇ ਉਸ ਟਾਈਮ ਦੇ ਹਾਲ ਦੱਸੇ ਹੈ। ਉੱਥੇ ਦੱਸਿਆ ਵੀ ਕਿਵੇਂ ਲੋਕ ਅਧਰਮੀ ਹੋ ਗਏ ਤੇ ਅਧਰਮੀਆਂ ਨੂੰ ਸਜ਼ਾ ਦੇਣ ਵਾਸਤੇ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ। ਤੇ ਜਦੋਂ ਬਾਬਰ ਨੇ ਹਮਲਾ ਕੀਤਾ ਤੇ ਉੱਥੇ ਬੜੀ ਲੜਾਈ ਹੋਈ। ਉਸ ਟਾਈਮ ਦੇ ਹਾਲ ਸੱਚੇ ਪਾਤਸ਼ਾਹ ਨੇ ਦੱਸੇ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਉਹਦਾ ਜਿਹੋ ਜਿਹਾ ਸਵਾਮੀ ਦਾ ਸ਼ਬਦ ਮੈਨੂੰ ਆਉਂਦਾ ਹੈ, ਉਹੋ ਜਿਹਾ ਹੀ ਮੈਂ ਉਚਾਰਨ ਕਰਦਾ। ਭਾਵੇਂ ਜਿਹੜੀ ਗੁਰਬਾਣੀ ਹੈ, ਇਹ ਜਿਨ੍ਹਾਂ ਨੇ ਰਚੀ ਉਹਨਾਂ ਨੂੰ ਪਿੱਛੋਂ ਆਈ ਹੈ, ਚੌਥੇ ਪਦ 'ਚੋਂ ਆਈ ਹੈ। ਇਹ ਉਹਨਾਂ ਦੀ ਬਾਣੀ ਨਹੀਂ, ਇਹ ਰੱਬੀ ਬਾਣੀ ਹੈ, ਇਹ ਅਕਾਲੀ ਬਾਣੀ ਹੈ, ਇਹ ਤੁਰਕੀ ਬਾਣੀ ਹੈ, ਇਹ ਸੱਚ ਦੀ ਬਾਣੀ ਹੈ, ਇਹ ਸੱਤ ਦੀ ਬਾਣੀ ਹੈ। ਗੁਰੂ ਜੀ ਨੇ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਆਂਦਾ ਗੁਨਾਹਾਂ ਦੀ ਜੰਜ ਲੈ ਕੇ ਬਾਬਰ ਕਾਬਲੋਂ ਮਾਰਾ ਮਾਰ ਕਰਦਾ ਆਊਗਾ ਅਤੇ ਧਿੰਗੋ ਜੋਰੀ ਇਸ ਮਾਤਰ ਭੂਮੀ ਆਦਿ ਦੇ ਖਜ਼ਾਨੇ ਦੀ ਮੰਗ ਕਰੂਗਾ, ਇਹਨੂੰ ਲੁੱਟ ਕੇ ਲੈ ਜਾਊਗਾ। ਕਿਉਂ? ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਸਕੀ, ਅਗਤ ਪੜੇ ਸ਼ੈਤਾਨ ਵੇ ਲਾਲੋ। ਵੀ ਭਾਰਤ ਜਿਹੜੇ ਧਾਰਮਿਕ ਮੁਖੀ ਸੀਗੀ ਉਹ ਵੀ ਅਧਰਮੀ ਹੋ ਗਏ, ਤੇ ਜਿਹੜੇ ਆਮ ਲੋਕ ਸੀਗੇ ਉਹਨਾਂ ਵੀ ਲੱਜਾ ਤੇ ਸ਼ਰਮ ਨੂੰ ਗਵਾਤਾ, ਤੇ ਹਰ ਤਾਂ ਝੂਠ ਪ੍ਰਧਾਨ ਹੋ ਗਿਆ, ਸੱਚ ਅੰਦਰੋਂ ਖਤਮ ਹੋ ਗਿਆ। ਮੁਸਲਮਾਨੀਆਂ ਪੜ੍ਹੇ ਕਿਤਾਬਾਂ, ਕਸ਼ਟ ਮੇ ਕਹੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਵੇ ਲਾਲੋ। ਆਂਦਾ ਜਿਹੜੀਆਂ ਮੁਸਲਮਾਨੀਆਂ ਸੀ, ਜਿਹੜੀਆਂ ਕੁਰਾਨ ਪੜ੍ਹਦੀਆਂ ਸੀ ਤੇ ਅੱਲਾ ਅੱਲਾ ਕਰਦੀਆਂ ਸੀ, ਆਂਦਾ ਉੱਚੀ ਜਾਤੀ ਤੇ ਨੀਵੀਂ ਜਾਤੀਆਂ ਦੇ ਹਿੰਦੂ ਤਰੀਮਤਾਂ ਸੀ, ਉਹਨਾਂ ਨੂੰ ਵੀ ਉਸੇ ਹਿਸਾਬ ਕਿਤਾਬ ਦੇ ਨਾਲ ਹੀ ਲੇਖਾ ਦੇਣਾ ਪਿਆ। ਕਿਉਂਕਿ ਖੂਨ ਕੇ ਸੋਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਨਾਨਕ ਜੀ ਕਹਿ ਰਹੇ ਆ ਵੀ ਖੂਨ ਦੀਆਂ ਜਿਹੜੀਆਂ ਸੀਗੀਆਂ ਨਦੀਆਂ ਉੱਥੇ ਵਗਣਗੀਆਂ ਅਤੇ ਲਹੂ ਦਾ ਕੇਸਰ ਛਿੜਕਿਆ ਜਾਊਗਾ। ਖੂਨ ਦੇ ਜਿਹੜੇ ਹੈਗੇ ਆ ਉਹ ਘੋੜੀਆਂ ਗਾਈਆਂ ਜਾਣਗੀਆਂ, ਵੀ ਇੰਨਾ ਉੱਥੇ ਮਾੜਾ ਹਾਲ ਹੋ ਜਾਊਗਾ। ਸਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਕ ਮਸੋਲਾ। ਆਂਦਾ ਲੋਕਾਂ ਦੇ ਸ਼ਹਿਰ ਅੰਦਰ ਨਾਨਕ ਸੁਆਮੀ ਦੀਆਂ ਸਿਫਤਾਂ ਗੈਨ ਕਰਦਾ ਹੈ ਤੇ ਇਹ ਮਸ਼ਵਰਾ ਚੱਲਦਾ ਹੈ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੇ ਵੱਖ ਅਕੇਲਾ। ਆਂਦਾ ਜਿਹਨੇ ਇਹ ਸੰਸਾਰ ਪੈਦਾ ਕੀਤਾ ਤੇ ਉਹਨਾਂ ਨੂੰ ਭੋਗ ਵਿਲਾਸਾਂ ਨਾਲ ਜੋੜਿਆ ਹੈ, ਤੇ ਉਹ ਨਵੇਕਲਾ ਤੇ ਅਕਲਮ ਕਲਾ ਹੋ ਕੇ ਪ੍ਰਮਾਤਮਾ ਸਭ ਕੁਛ ਵੇਖਦਾ ਵੀ ਕੋਈ ਕੀ ਕਰ ਰਿਹਾ ਹੈ। ਸੱਚਾ ਸੋ ਸਹਿਬ ਸੱਚ ਤਪਾਵਸ, ਸਚੜਾ ਨਿਆਓ ਕਰੇਗ ਮਸੋਲਾ। ਆਂਦਾ ਪਰਮਾਤਮਾ ਵੀ ਸੱਚਾ ਹੈ, ਉਹਦਾ ਫੈਸਲਾ ਵੀ ਸੱਚਾ ਹੈ, ਉਹਦੇ ਇਨਸਾਫ ਵੀ ਸੱਚੇ ਹੈ, ਉਹਦਾ ਹੁਕਮ ਵੀ ਸੱਚਾ ਹੈ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ।
ਆਂਦਾ ਦੇਹ ਦਾ ਕਪੜਾ ਲੀਰਾਂ ਲੀਰਾਂ ਹੋ ਜਾਵੇਗਾ ਜਦ ਹਿੰਦੁਸਤਾਨ ਮੇਰੇ ਬਚਨ ਨੂੰ ਯਾਦ ਕਰੇਗਾ। ਆਵਣ ਠਤਰੇ ਜਾਣ 97 ਹੋਰ ਵੀ ਉੱਠ ਕੇ ਮਰਦਾ ਚੇਲਾ। ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ। ਆਂਦਾ ਇੱਥੇ ਇਹ ਇਸ਼ਾਰਾ ਹੈ ਕਿ ਬਾਬਰ 1567 ਬਿਕਰਮੀ ਵਿੱਚ ਆਵੇਗਾ ਤੇ ਹਮਾਯੂ 1595 ਬਿਕਰਮੀ ਵਿੱਚ ਚਲਿਆ ਜਾਵੇਗਾ ਅਤੇ ਤਦ ਇੱਕ ਹੋਰ ਸੁਰਮਾ ਮਰੀਦ ਉੱਠੂਗਾ। ਨਾਨਕ ਜੀ ਕਹਿ ਰਹੇ ਆ ਇਹ ਜਿਹੜਾ ਸੱਚ ਦਾ ਬਚਨ ਮੈਂ ਉਚਾਰਦੇ ਆ ਤੇ ਇਹ ਮੈਂ ਤੁਹਾਨੂੰ ਸੱਚ ਸੁਣਾ ਰਿਹਾ। ਹੁਣ ਚੌਥੀ ਪਾਤਸ਼ਾਹੀ ਕੀ ਦੱਸ ਰਹੇ ਆ 723 ਅੰਗ ਦੇ ਉੱਤੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਆਏ ਹੁਕਮ ਖਸਮਾਹੋ ਹੁਕਮ ਸਭ ਵਰਤਨੀ। ਸੱਚਾ ਸਹਿਬ ਸਾਚਾ ਖੇਲ ਸਭ ਹਰਤਨੀ। ਸਲਾਹਿਓ ਸੱਚ ਸਭ ਉਪਰ ਹਰਤਨੀ। ਜਿਸ ਨਾਹੀ ਕੋਈ ਸ਼ਰੀਕ ਕਿਸ ਲੇਖਾ ਹੋ ਗਣੀ। ਰਹਾਓ। ਆਂਦਾ ਸਾਰੇ ਪਰਮਾਤਮਾ ਦੇ ਹੁਕਮ ਚ ਆਉਂਦੇ ਆ ਤੇ ਉਹਦਾ ਹੁਕਮ ਹੀ ਸਾਰਿਆਂ ਤੇ ਲਾਗੂ ਹੁੰਦਾ ਹੈ। ਉਹ ਪਰਮਾਤਮਾ ਸੱਚਾ ਹੈ, ਉਹਦੀ ਖੇਡ ਵੀ ਸੱਚੀ ਹੈ ਤੇ ਮਾਲਕ ਹਰ ਥਾਂ ਬਹਿ ਕੇ ਉਹ ਖੇਡ ਖੇਡ ਰਿਹਾ ਤੇ ਵੇਖ ਰਿਹਾ। ਆਂਦੇ ਸਲਾਹਿਓ ਸੱਚ ਸਭ ਉੱਪਰ ਹਰਤਨੀ। ਆਂਦਾ ਸੁਆਮੀ ਦੀ ਸਿਫਤ ਸਲਾਘਾ ਕਰੋ, ਉਹ ਮਾਲਕ ਸਾਰਿਆਂ ਤੋਂ ਉੱਪਰ ਹੈ। ਜਿਸ ਨਾਹੀ ਕੋਈ ਸ਼ਰੀਕ ਕਿਸ ਲੇਖੇ ਹੋ ਗੁਣੀ। ਰਹਾਓ। ਰਹਾਓ ਚ ਦੱਸ ਰਹੇ ਵੀ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਜਿਹੜਾ ਕੋਈ ਉਹਦਾ ਹਿਸਾਬ ਕਿਤਾਬ ਰੱਖ ਲੇ। ਪੌਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਣੀ। ਵਿੱਚ ਵਰਤੇ ਨਾਨਕ ਆਪ ਝੂਠ ਕਹੋ ਕਿਆ ਗਣੀ। ਆਂਦਾ ਹਵਾ ਜਲ ਜਿਮੀ ਤੇ ਅਸਮਾਨ। ਆਂਦਾ ਇਹਨਾਂ ਨੂੰ ਸਾਹਿਬ ਨੇ ਆਪਣਾ ਘਰ ਤੇ ਮਹਿਲ ਬਣਾਇਆ। ਭਾਵ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਪਰਮਾਤਮਾ ਵਸ ਰਿਹਾ। ਵਿੱਚ ਵਰਤੇ ਨਾਨਕ ਆਪ। ਆਂਦਾ ਸੁਆਮੀ ਖੁਦ ਹੀ ਉਹਨਾਂ ਦੇ ਵਿੱਚ ਵਰਤ ਰਿਹਾ ਹੈ। ਤੇ ਦੱਸੋ ਫਿਰ ਕੌਣ ਕੂੜਾ ਹੈ, ਝੂਠਾ ਕੌਣ ਹੈ। ਤਲੰਗ ਮਹੱਲਾ ਚੌਥਾ। ਨਿਤ ਨੇਫਲ ਕਰਮ ਕਮਾਏ ਬਫਾਵੇ ਦੁਰਮਤੀਆਂ। ਜਬ ਆਣੇ ਬਲਵੰਚਕਾਰ ਝੂਠ ਤਬ ਜਾਣੇ ਜਗ ਜਤਿਆ। ਆਂਦਾ ਤੂੰ ਨਿਤ ਨੇਫਲ ਕਰਮ ਕਮਾਏ ਬਫਾਵੇ ਦੁਰਮਤੀਆਂ। ਆਂਦਾ ਖੋਟੀ ਬੁੱਧੀ ਵਾਲਾ ਪੁਰਸ਼ ਹਮੇਸ਼ਾ ਹੀ ਭੈੜੇ ਕੰਮ ਕਰਦਾ ਹੈ ਤੇ ਹੰਕਾਰ ਦੇ ਵਿੱਚ ਫੁੱਲਿਆ ਰਹਿੰਦਾ ਹੈ। ਜਬ ਆਣੇ ਬਲਵੰਚ ਕਰ ਝੂਠ ਤਬ ਜਾਣੇ ਜਗ ਜਿਤੀਆਂ। ਤੇ ਆਂਦਾ ਠੱਗੀ ਬੱਗੀ ਤੇ ਕੂੜ ਦੀ ਕਮਾਈ ਕਰਦਾ ਹੈ ਤੇ ਜਦੋਂ ਆਪਦੇ ਘਰ ਆਉਂਦਾ ਹੈ ਤੇ ਉਹ ਖਿਆਲ ਕਰਦਾ ਹੈ ਵੀ ਉਹਨੇ ਸੰਸਾਰ ਫਤਿਹ ਕਰ ਲਿਆ। ਭਾਵ 2 ਨੰਬਰ ਦੀ ਕਮਾਈ ਕਰਕੇ ਫਿਰ ਆਪਣੇ ਆਪ ਨੂੰ ਬੜਾ ਉੱਤਮ ਸਮਝਦਾ ਹੈ। ਐਸੀ ਬਾਜੀ ਸੰਸਾਰ ਨਾ ਚੇਤੇ ਹਰਨਾਮਾ। ਖਿਨਵੇਂ ਬਿਨਸੇ ਸਭ ਝੂਠ ਮੇਰੇ ਮਨ ਧਿਆਏ ਰਾਮਾ। ਰਹਾਓ। ਹੁਣ ਗੁਰੂ ਜੀ ਦੱਸ ਰਹੇ ਆ ਵੀ ਇਹੋ ਜਿਹੀ ਜਗਤ ਦੀ ਖੇਡ ਹੈ। ਪ੍ਰਾਣੀ ਸਾਹਿਬ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਇੱਕ ਮੋਹਤ ਵਿੱਚ ਇਹ ਸਾਰੀ ਜਿਹੜੀ ਕੂੜੀ ਖੇਡ ਹੈ ਨਾਸ਼ ਹੋ ਜਾਊਗੀ। ਇਹ ਮੇਰੀ ਜਿੰਦੇ ਤੂੰ ਸੁਆਮੀ ਦਾ ਸਿਮਰਨ ਕਰ। ਇਹ ਹੁਕਮ ਸਾਡੇ ਵਾਸਤੇ ਵੀ ਹੈ। ਅਸੀਂ ਵੀ ਸੰਸਾਰ ਦੇ ਕੰਮਾਂ ਧੰਦਿਆਂ ਵਿੱਚ ਰਚ ਕੇ ਆਪਣੇ ਆਪ ਨੂੰ ਹਰ ਕੋਈ ਬੜਾ ਵੱਡਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਗੁਰੂ ਜੀ ਦੱਸ ਰਹੇ ਹੈ ਇਹ ਸਾਰੀਆਂ ਚੀਜ਼ਾਂ ਨਾਸ਼ਵਾਨ ਹੈ। ਜੇ ਪਰਮਾਤਮਾ ਵਿੱਚ ਹੈ ਤਾਂ ਸਾਰੀਆਂ ਚੀਜ਼ਾਂ ਸੱਤ ਹੈ। ਜੇ ਪਰਮਾਤਮਾ ਦੀ ਯਾਦ ਹੈ ਨਹੀਂ ਤੇ ਸਾਰੀਆਂ ਚੀਜ਼ਾਂ ਨਾਸ਼ਵਾਨ ਹੈ। ਸਾ ਵੇਲਾ ਚੇਤਨਾ ਆਵੇ ਜਿਤ ਆਏ ਕੰਟਕ ਕਾਲ ਗਰਸੇ। ਆਂਦਾ ਉਹ ਸਮਾਂ ਮੇਰੇ ਮਨ ਵਿੱਚ ਨਹੀਂ ਆਉਂਦਾ ਜਦ ਦੁਖਦਾਈ ਮੌਤ ਆ ਕੇ ਮੈਨੂੰ ਦੱਸੇਗੀ। ਤਿਸ ਨਾਨਕ ਲਏ ਛਡਾਏ ਜਿਸ ਕਿਰਪਾ ਕਰ ਹਿਰਦੇ ਵਸੇ। ਤਿਸ ਨਾਨਕ ਲਏ ਛਡਾਏ ਜਿਸ ਕਿਰਪਾ ਕਰ ਹਿਰਦੇ ਵਸੇ। ਆਂਦਾ ਸੁਆਮੀ ਉਹਨੂੰ ਬਚਾ ਲੈਂਦਾ ਹੈ ਜਿਨ੍ਹਾਂ ਦੇ ਮਨਾਂ ਵਿੱਚ ਰਹਿਮਤ ਕਰਕੇ ਉਹ ਵਸ ਜਾਂਦਾ ਹੈ। ਤੇ ਵਸਦਾ ਕਿਵੇਂ ਹੈ? ਵਸਦਾ ਉਹ ਗੁਰਮੁਖ ਤੇ ਬਣ ਕੇ ਹੈ। ਜਿਹੜਾ ਗੁਰੂ ਦੀ ਮੱਤ ਦੇ ਨਾਲ ਗੁਰੂ ਗਿਆਨ ਦੇ ਨਾਲ ਸ਼ਬਦ ਗੁਰੂ ਦੇ ਨਾਲ ਪ੍ਰੀਤ ਕਰਦਾ ਉਹਦੇ ਮਨ 'ਚ ਵਸਦਾ ਹੈ। ਹੁਣ ਭਾਈ ਗੁਰਦਾਸ ਜੀ ਨੇ 10ਵੀਂ ਵਾਰ ਦੀ 20ਵੀਂ ਪੌੜੀ ਦੱਸਿਆ ਅਜਾਮਲ ਉਦਰਿਆ ਕਹਿ ਏਕ ਬਾਰ। ਇਹ ਤਾਂ ਸ਼ਾਇਦ ਗੁਰਬਾਣੀ ਦੀ ਤੁਕ ਹੈ ਪਰ ਉਹਦੇ ਵੀ ਇਹਦਾ ਮੁੱਖ ਬੰਦ ਉਹਨਾਂ ਨੇ ਇਹ ਰੱਖਿਆ ਹੈ ਪਤਤ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਿਹਾ। ਗੁਰ ਤੇ ਬੇਮੁਖ ਹੋਏ ਕੇ ਪਾਪ ਕਮਾਵੇ ਦੁਰਮਤ ਦਇਆ। ਬਿਰਥਾ ਜਨਮ ਗਵਾਇਆ ਭਵਜਲ ਅੰਦਰ ਫਿਰਦਾ ਵਇਆ। 6 ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਪਿੱਛੇ ਲਿਆ। ਅਜਾਮਲ ਸੀ ਉਹ ਇੱਕ ਬੜਾ ਵਿਦਵਾਨ ਪੰਡਤ ਸੀ ਤੇ ਵਿਦਵਾਨ ਪੰਡਤ ਦਾ ਪੁੱਤਰ ਸੀ। ਉਹ ਰਾਜੇ ਦੇ ਦਰਬਾਰ ਦੇ ਵਿੱਚ ਧਾਰਮਿਕ ਕਰਮ ਕਰਦਾ ਸੀ, ਕਥਾ ਕਰਦਾ ਸੀ। ਉਹਦਾ ਪਿਓ ਚਰਚਾ ਕਰਦਾ ਸੀ। ਉਹਦੀ ਮੌਤ ਤੋਂ ਬਾਅਦ ਅਜਾਮਲ ਨੇ ਰਾਜ ਦਰਬਾਰ ਦੇ ਵਿੱਚ ਕਥਾ ਕਰਨੀ ਸ਼ੁਰੂ ਕਰ ਦਿੱਤੀ।
ਕੁਝ ਸਮਾਂ ਪਾ ਕੇ ਧਨ ਦੌਲਤ ਨੇ ਉਹਦੀ ਮੱਤ ਮਾਰਤੀ। ਜਿਸ ਰਸਤੇ ਤੋਂ ਗੁਰੂ ਨੇ ਵਰਜਿਆ ਸੀ ਇੱਕ ਦਿਨ ਉਸ ਰਸਤੇ ਚਲਾ ਗਿਆ। ਬਸ ਫੇਰ ਕੀ ਸੀ, ਮਨ ਨੂੰ ਚੇਟਕ ਲੱਗ ਗਈ। ਗੁਰੂ ਤੋਂ ਬੇਮੁਖ ਹੋ ਕੇ ਪਾਪ ਕਰਮ ਕਰਨ ਲੱਗਾ। ਇੱਕ ਵੇਸਵਾ ਦੇ ਘਰੇ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਜਦੋਂ ਬੁਰੇ ਕਰਮ ਕਰਕੇ ਤੇ ਉਹਦੀਆਂ ਜਿਹੜੀਆਂ ਚੰਗਿਆਈਆਂ ਸੀ ਨਾਲ ਦੀ ਨਾਲ ਖਤਮ ਹੋਣੀਆਂ ਸ਼ੁਰੂ ਹੋ ਗਈਆਂ। ਬੁਰੇ ਕਰਮਾਂ ਨੇ ਉਹਦੀ ਬੁੱਧੀ ਨਾਸ ਕਰਤੀ ਤੇ ਵਿਸ਼ਿਆਂ ਵਿੱਚ ਫਸ ਕੇ ਰੁੜਦੇ ਜਾਂਦੇ ਨੇ ਆਪਣਾ ਜੀਵਨ ਅਜਾਈਂ ਗਵਾ ਲਿਆ। ਗੱਲ ਰਾਜੇ ਕੋਲ ਪਹੁੰਚੀ। ਅਜਾਮਲ ਨੂੰ ਰੋਕਿਆ ਪਰ ਉਸਨੇ ਕੀ ਕੀਤਾ, ਉਹਨੇ ਨਾ ਤਾਂ ਗੁਰੂ ਦੀ ਮੰਨੀ ਤੇ ਨਾ ਰਾਜੇ ਦੀ ਪਰਵਾਹ ਕੀਤੀ ਤੇ ਰਾਜ ਦਰਬਾਰ ਵਿੱਚੋਂ ਬਾਹਰ ਕੱਢਿਆ ਗਿਆ। ਵਿਸ਼ੇ ਵਕਾਰ ਵੱਧਦੇ ਗਏ, ਕਮਾਈ ਘਟਦੀ ਗਈ। ਆਖਰ ਸ਼ਹਿਰ ਵਿੱਚੋਂ ਬਾਹਰ ਜਾ ਕੇ ਉਹ ਵੇਸਵਾ ਦੇ ਨਾਲ ਉਹਨੇ ਰਹਿਣਾ ਸ਼ੁਰੂ ਕਰਤਾ। ਉਸ ਵੇਸਵਾ ਦੇ ਪੇਟੋਂ 6 ਪੁੱਤਰਾਂ ਨੇ ਜਨਮ ਲਿਆ ਜਿਹੜੇ ਕਿ ਉਹਦੇ ਮਾੜੇ ਕੀਤੇ ਕਰਮਾਂ ਦਾ ਫਲ ਸੀ। ਜਦੋਂ ਉਹਦਾ 6ਵਾਂ ਪੁੱਤਰ ਹੋ ਗਿਆ ਉਹਦਾ ਪੁੱਤ ਅਪੰਨਾ 7ਵਾਂ, ਜੋ 7ਵਾਂ ਪੁੱਤਰ ਪੈਦਾ ਨਾਉ ਧਰਨ ਕੋ ਚਿੱਤ ਉਮਇਆ। ਆਂਦੇ ਤਾਂ ਯਾਰ ਕੋਈ ਚੰਗਾ ਜਿਹਾ ਨਾਂ ਰੱਖੀਏ। ਅੰਤ ਕਾਲ ਗੁਰੂ ਦੁਆਰੇ ਜਾਏ ਕੇ ਗੁਰਮੁਖ ਨਾਉ ਨਰੈਣ ਕਹਿਆ। ਜਦੋਂ ਅਜਾਮਲ ਦੇ ਘਰ 7ਵਾਂ ਪੁੱਤਰ ਪੈਦਾ ਹੋਇਆ ਤਾਂ ਨਾਮ ਰੱਖਣ ਵਾਸਤੇ ਚਿੱਤ 'ਚ ਉਮੰਗ ਪੈਦਾ ਹੋਈ ਤਾਂ ਗੁਰਾਂ ਦੇ ਦੁਆਰੇ ਜਾ ਕੇ ਨਾਉ ਪੁੱਛਿਆ। ਗੁਰਮੁਖਾਂ ਨੇ ਪੁੱਤਰ ਦਾ ਨਾਮ ਆਖਿਆ ਨਰੈਣ ਰੱਖ ਲੈ, ਕਿਉਂਕਿ ਗੁਰਮੁਖ ਕਿਸੇ ਦੇ ਔਗੁਣ ਨਹੀਂ ਵੇਂਦੇ। ਜਿਹੜਾ ਗੁਰਮੁਖ ਹੋ ਜਾਏ ਕਿਸੇ ਦੇ ਔਗੁਣ ਨਹੀਂ ਵੇਂਦਾ। ਜੇ ਅਸੀਂ ਕਿਸੇ ਦੇ ਔਗੁਣ ਵੇਨੇ ਹੈ, ਗੁਣਾਂ ਨੂੰ ਨਹੀਂ ਵੇਂਦੇ, ਤੇ ਫਿਰ ਮਿੱਤਰੋ ਆਪਾਂ ਸਾਧ ਸੰਗ ਨਹੀਂ ਕਰ ਰਹੇ, ਆਪਾਂ ਮਨਮੁਖ ਹੈ। ਕਿਉਂਕਿ ਜਿਹੜੀ ਸਾਡੀ ਬਿਰਤੀ ਹੈ ਸਾਨੂੰ ਬਾਹਰ ਉਹੋ ਚੀਜ਼ ਹੀ ਦਿਸਦੀ ਹੈ। ਜਿਹੋ ਜਿਹੀ ਅਸੀਂ ਐਨਕ ਲਾਈ ਹੈ ਉਹੋ ਜਿਹੀ ਸਾਨੂੰ ਬਾਹਰ ਧੁੱਪ ਦਿਸਦੀ ਹੈ, ਉਹੋ ਜਿਹੇ ਦੂਜਾ ਸੰਸਾਰ ਦਿਸਦਾ ਹੈ। ਉਹਨਾਂ ਨੇ ਨਰੈਣ ਉਹਦੇ ਪੁੱਤਰ ਦਾ ਨਾਂ ਰੱਖਤਾ ਕਿਉਂਕਿ ਸ਼ਰਨ ਆਇਆ ਸੀਗਾ। ਉਹਦੇ ਵਾਸਤੇ ਪਾਰਪ ਕਰਦੇ ਜਿਹੜੇ ਗੁਰਮੁਖ ਹੈ ਉਹ ਪਾਰਪਕਾਰ ਕਰਦੇ ਹੈ, ਉਹ ਕਿਸੇ ਦਾ ਬੁਰਾ ਨਹੀਂ ਕਰਦੇ ਗੇ। ਅਜਾਮਲ ਦੀ ਹਾਲਤ ਤੇ ਤਰਸ ਕਰਕੇ ਬੁਰਾਈ ਛੱਡਣ ਦਾ ਉਪਦੇਸ਼ ਦੇ ਕੇ ਪਰਮਾਤਮਾ ਦੀ ਭਗਤੀ ਵੱਲ ਪ੍ਰੇਰਿਆ। ਹੁਣ ਅੰਤਕਾਲ ਜਮਦੂਤ ਵੇਖ ਪੁੱਤ ਨਰੈਣ ਬੋਲੇ ਸਹਿਆ। ਉਹਨੇ ਡਰਦਿਆਂ ਨੇ ਫਿਰ ਆਵਾਜ਼ ਮਾਰੀ ਆਪਦੇ ਪੁੱਤ ਨੂੰ, ਜਮਗੜ ਮਾਰੇ ਹਰਜਨ ਗਿਆ ਸੁਰਗ ਜਮ ਡੰਡ ਨਾ ਸਹਿਆ। ਆਂਦਾ ਜਦੋਂ ਅੰਤ ਵੇਲੇ ਸਮਾਂ ਆਇਆ ਤਾਂ ਪੁੱਤਰ ਨੂੰ ਵੇਖ ਕੇ ਡਰਦਾ ਹੋਇਆ ਨਰੈਣ ਦਾ ਨਾਮ ਲਵੇ ਕਿ ਹੇ ਨਰੈਣ ਮੇਰੀ ਰੱਛਾ ਕਰ। ਵੇਖਿਆ ਪੁੱਤਰ ਵੱਲ, ਧਿਆਨ ਰੱਬ ਵੱਲ ਜਾਂਦਾ ਰਿਹਾ ਕਿਉਂਕਿ ਉਹਨੇ ਬੁਰਾਈਆਂ ਛੱਡਤੀਆਂ ਸੀ। ਅਸੀਂ ਕੀ ਕਰਦੇ ਹਾਂ, ਅਸੀਂ ਬੁਰਾਈਆਂ ਨਹੀਂ ਛੱਡਦੇ, ਸਾਧ ਸੰਗ ਰੋਜ਼ ਕਰਦੇ ਹਾਂ। ਉਹਨਾਂ ਨੇ ਉਹਨਾਂ ਸੰਤਾਂ ਮਹਾਂਪੁਰਖਾਂ ਜਿਹੜਾ ਉਪਦੇਸ਼ ਦਿੱਤਾ ਸੀ ਤੂੰ ਬੁਰਾਈਆਂ ਛੱਡ ਕੇ ਨਰੈਣ ਦਾ ਨਾਂ ਜਪ। ਤੇ ਜਦੋਂ ਮਨ ਨੇ ਬੁਰਾਈਆਂ ਛੱਡਤੀਆਂ ਤੇ ਮਨ ਨਿਰਮਲ ਹੋ ਗਿਆ, ਤੇ ਜਦੋਂ ਨਿਰਮਲ ਹੋ ਗਿਆ ਤੇ ਸਾਧ ਸੰਗ ਸ਼ੁਰੂ ਹੋ ਗਈ। ਹੁਣ ਇਸੇ ਤਰ੍ਹਾਂ ਹੀ ਗਜਿੰਦਰ ਹਾਥੀ ਤੇ ਦ੍ਰੋਪਦੀ ਵਾਂਗ ਚਿੱਤ ਵਿੱਚੋਂ ਨਿਕਲੀ ਪੁਕਾਰ ਦਾਤੇ ਨੇ ਸੁਣੀ ਤਾਂ ਹਰ ਗੁਣਾਂ ਨੇ ਆ ਕੇ ਜਮਗਣਾਂ ਨੂੰ ਹਟਾਇਆ ਤੇ ਜਮ ਡੰਡ ਤੋਂ ਬਚਾ ਲਿਆ। ਉਸ ਦੀ ਰੂਹ ਸਵਰਗਾਂ ਨੂੰ ਚਲੀ ਗਈ। ਨਾਏ ਲਏ ਦੁੱਖ ਡੇਰਾ ਢਿਆ। ਆਂਦਾ ਮਨ ਕਰਕੇ ਪ੍ਰਭੂ ਦਾ ਨਾਮ ਲੈਣ ਕਰਕੇ ਦੁੱਖਾਂ ਦਾ ਡੇਰਾ ਢਹਿ ਗਿਆ, ਭਾਵ ਉਹਦੇ ਦੁੱਖ ਖਤਮ ਹੋ ਗਏ। ਭਾਵ ਭਾਈ ਗੁਰਦਾਸ ਜੀ ਇਸ ਪ੍ਰਸੰਗ ਵਿੱਚ ਇਹ ਸਮਝਾ ਰਹੇ ਹਨ ਕਿ ਗੁਰਮੁਖ ਲੋਕ ਦੁਖੀ ਜੀਵ ਦੀ ਸਹਾਇਤਾ ਕਰਨ ਲਈ ਕੋਈ ਐਸਾ ਉਪਾਅ ਕਰਦੇ ਹਨ ਜਿਸ ਤੋਂ ਜੀਵ ਦਾ ਛੁਟਕਾਰਾ ਹੋ ਜਾਂਦਾ ਹੈ। ਤੇ 468 ਅੰਗ ਤੇ ਗੁਰੂ ਨਾਨਕ ਪਾਤਸ਼ਾਹ ਜੀ ਕੀ ਦੱਸ ਰਹੇ ਹੈ। ਮਹਲਾ ਪਹਿਲਾ, ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਆਂਦਾ ਸੱਚ ਹੀ ਸਾਰਿਆਂ ਲਈ ਇੱਕ ਦਵਾਈ ਹੈ, ਇਹ ਪਾਪਾਂ ਨੂੰ ਮਨ ਵਿੱਚੋਂ ਬਾਹਰ ਕੱਢ ਦਿੰਦਾ ਹੈ। ਨਾਨਕ ਉਹਨਾਂ ਦੇ ਮੂਹਰੇ ਪ੍ਰਾਰਥਨਾ ਕਰਦਾ ਹੈ ਜਿਨ੍ਹਾਂ ਦੇ ਪੱਲੇ ਸੱਚ ਹੈ। ਤੇ ਜਿਹੜੀ ਗੁਰਬਾਣੀ ਹੈ ਇਹ ਸੱਚ ਹੈ। ਜਿਹੜੇ ਆਪ ਦੇ ਟਾਈਮ ਦੇ ਵਿੱਚ ਵੇਦ ਸੀਗੇ, ਕਤੇਬ ਸੀਗੇ, ਹਿੰਦੂਆਂ ਮੁਸਲਮਾਨਾਂ ਤੇ ਹੋਰਾਂ ਦੇ ਧਾਰਮਿਕ ਗ੍ਰੰਥ ਸੀ, ਉਹ ਉਸ ਟਾਈਮ ਸੱਚ ਸੀ ਕਿ ਉਦੋਂ ਲੋਕਾਂ ਦੇ ਮਨ ਦੇ ਵਿੱਚ ਅਧਰਮ ਘੱਟ ਸੀ ਤੇ ਹੁਣ ਅਧਰਮ ਜ਼ਿਆਦਾ ਹੋਣ ਕਰਕੇ ਸਾਨੂੰ ਗੁਰਬਾਣੀ ਪ੍ਰਮਾਤਮਾ ਨੇ ਗੁਰਬਾਣੀ ਦੇ ਲੜ ਲਾਇਆ ਹੈ। ਇਸ ਉਪਦੇਸ਼ ਦੇ ਨਾਲ ਲੱਗ ਕੇ ਅਸੀਂ ਆਪਣੇ ਆਪੇ ਨੂੰ ਸੁਧਾਰਨਾ ਹੈ, ਅਸੀਂ ਪ੍ਰਮਾਤਮਾ ਨਾਲ ਮਿਲਣਾ ਹੈ। ਤੇ ਗੁਰੂ ਜੀ ਦੱਸਦੇ ਹੈ ਵੀ ਜਿਨ੍ਹਾਂ ਦੇ ਪੱਲੇ ਸੱਚ ਹੈ, ਝੋਲੀ ਵਿੱਚ ਭਾਵ ਹਿਰਦੇ 'ਚ ਸੱਚ ਹੈ, ਹਿਰਦੇ 'ਚ ਪ੍ਰਭੂ ਪਰਮਾਤਮਾ ਦੀ ਯਾਦ ਹੈ, ਤੇ ਉਹਦੇ ਨਾਲ ਉਹਨਾਂ ਦੇ ਕਰੋੜਾਂ ਪਾਪ ਨਸ਼ਟ ਹੋ ਜਾਣਗੇ ਅਜਾਮਲ ਪਾਪੀ ਵਾਂਗ। ਪਰ ਇਹ ਸਭ ਜਿਹੜਾ ਹੈ ਤਾਂ ਹੀ ਹੁੰਦਾ ਜੇਕਰ ਮਨ ਹੋਰ ਕਿੱਛਾਂ ਛੱਡ ਕੇ ਗੁਰਮਤਿ ਦਾ ਧਾਰਨੀ ਬਣ ਜਾਵੇ। ਜਿੰਨੇ ਵੀ ਪਾਪੀ ਤਰੇ ਹਨ, ਗੁਰੂ ਕਿਰਪਾ ਸਦਕਾ ਵਿਚਾਰ ਕੇ ਦੇਖੋ ਕਿ ਸਾਡਾ ਵੀ ਮਨ
ਗੁਰੂ ਕਿਰਪਾ ਗ੍ਰਹਿਣ ਕਰਕੇ ਗੁਰਮੁਖ ਬਣਨ ਨੂੰ ਤਿਆਰ ਹੈ ਕਿ ਨਹੀਂ, ਜਾਂ ਬਾਹਰੀ ਵੇਸ਼ ਭੇਖ ਧਾਰਨ ਕਰਕੇ ਸਰੀਰਕ ਤੌਰ ਤੇ ਅਸੀਂ ਸੰਤ ਸਾਧ ਮਹਾਂਪੁਰਖ ਬਣ ਕੇ ਬਗਲਾ ਭਗਤ ਬਣ ਕੇ ਬੈਠੇ ਹਾਂ। ਕਿਤੇ ਜਾਣ ਦੀ ਲੋੜ ਨਹੀਂ। ਸ਼ਲੋਕ ਮਹਲਾ ਤੀਜਾ। ਗੁਰੂ ਜੀ ਕਹਿੰਦੇ ਆਂਦਾ ਭਰਮ ਭੁਲਾਈ ਸਭ ਜਗ ਫਿਰੀ, ਫਾਵੀ ਹੋਈ ਭਾਲ ਸੋ ਸੋ ਸ਼ਾਂਤ ਨਾ ਦੇਵੀ, ਕਿਆ ਚੱਲੀ ਤਿਸ ਨਾਲ, ਗੁਰ ਪ੍ਰਸਾਦੀ ਹਰ ਧਿਆਈਏ, ਅੰਤਰ ਰੱਖੀਏ ਔਰ ਧਾਰ, ਨਾਨਕ ਘਰ ਬੈਠਿਆਂ ਸੋ ਪਾਈਏ, ਜਾਂ ਕਿਰਪਾ ਕੀਤੀ ਕਰਤਾਰ। ਤੀਸਰੀ ਪਾਤਸ਼ਾਹੀ ਦੱਸ ਰਿਹਾ ਭਰਮ ਭੂਲੀ ਸਭ ਜਗ ਫਿਰੀ, ਫਾਵੀ ਹੋਈ ਭਾਲ ਸੋ ਸੋ ਸ਼ਾਂਤ ਨਾ ਦੇਵੀ, ਕਿਆ ਚੱਲੇ ਤਿਸ ਨਾਲ। ਆਂਦਾ ਭਰਮ ਸੰਦੇਹ ਦੇ ਸ਼ੱਕ ਦੀ ਭੁਲਾਈ ਹੋਈ ਆਂਦਾ ਸਾਰਾ ਸੰਸਾਰ ਦੇ ਵਿੱਚ ਜਿਹੜਾ ਉਸੇ 'ਚ ਹੀ ਫਿਰ ਰਿਹਾ ਹੈ ਤੇ ਢੂੰਡਦੀ ਪਈ ਹੈ ਸ਼ੁਦੈਣ ਹੋ ਕੇ ਵੀ ਮੇਰਾ ਕੰਤ ਮੇਰਾ ਮਾਲਕ ਉਹ ਕਦੋਂ ਚੈਨ ਦੇਊਗਾ, ਕਿਵੇਂ ਉਹਨੂੰ ਮਿਲਿਆ ਜਾਊਗਾ। ਤੇ ਅੱਗੇ ਕੀ ਦੱਸ ਰਹੇ ਹੈ ਗੁਰ ਪ੍ਰਸਾਦੀ ਹਰ ਧਿਆਈਏ, ਅੰਤਰ ਰੱਖੀਏ ਔਰ ਧਾਰ। ਗੁਰ ਪ੍ਰਸਾਦੀ ਹਰ ਧਿਆਈਏ, ਅੰਤਰ ਰੱਖੀਏ ਔਰ ਧਾਰ। ਆਂਦਾ ਮੇਰਾ ਕੰਤ ਮੈਨੂੰ ਛੱਡ ਗਿਆ ਹੈ, ਗੁਰ ਪ੍ਰਸਾਦੀ ਗੁਰਾਂ ਦੀ ਦਇਆ ਦੁਆਰ ਵਾਹਿਗੁਰੂ ਦਾ ਆਰਾਧਨ ਕਰ ਅਤੇ ਗੁਰਮਤਿ ਨੂੰ ਆਪਣੇ ਹਿਰਦੇ 'ਚ ਟਿਕਾ। ਗੁਰੂ ਜੀ ਦੱਸ ਰਹੇ ਹਨ ਜਦ ਸਿਰਜਣਹਾਰ ਮਿਹਰ ਧਾਰਦਾ ਹੈ ਤਾਂ ਘਰ ਸਰੀਰ ਦੇ ਅੰਦਰ ਹੀ ਆਪਣੇ ਸਾਈਂ ਦੇ ਨਾਲ ਮੇਲ ਹੋ ਜਾਂਦਾ ਹੈ। ਹੁਣ ਪੰਡਤ ਕੌਣ ਹੈ? ਸੁਖਮਨੀ ਸਾਹਿਬ 'ਚ ਦੱਸਿਆ 9ਵੀਂ ਅਸ਼ਟਪਦੀ 'ਚ, ਸੋ ਪੰਡਤ ਜੋ ਮਨ ਪ੍ਰਬੋਧੇ। ਅਸੀਂ ਗੁਰਮਤਿ ਗ੍ਰਹਿਣ ਕਰਕੇ ਪੰਡਤ ਬਣਨਾ ਹੈ, ਵਿਦਵਾਨ ਪੰਡਤ ਨਹੀਂ। ਸੋ ਪੰਡਤ ਜੋ ਮਨ ਪ੍ਰਬੋਧਾ ਹੈ, ਰਾਮ ਨਾਮ ਆਤਮ ਮੈਂ ਸੋਧੇ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਤ ਕੇ ਉਪਦੇਸ਼ ਜਗ ਜੀਵੇ। ਆਂਦੇ ਵਿਦਵਾਨ ਉਹ ਹੈ ਜਿਹੜਾ ਗੁਰਮਤਿ ਨਾਲ ਆਪਣੇ ਮਨ ਨੂੰ ਸਮਝਾਉਂਦਾ ਹੈ। ਰਾਮ ਨਾਮ ਹੈ ਗੁਰਬਾਣੀ, ਆਂਦਾ ਇਹ ਤੋਂ ਸੇਧ ਲੈ ਕੇ ਮਨ ਨੂੰ ਸਾਫ਼ ਕਰਦਾ ਹੈ, ਵਕਾਰਾਂ ਵੱਲੋਂ ਆਪਦੇ ਮਨ ਦੀ ਪੜਤਾਲ ਕਰਦਾ ਹੈ, ਉਹ ਫਿਰ ਮਨ ਸਿਆਣਾ ਹੋ ਜਾਂਦਾ ਹੈ। ਮਾਲਕ ਦੇ ਨਾਮ ਦੇ ਸ੍ਰੇਸ਼ਟ ਅੰਮ੍ਰਿਤਪਾਨ ਕਰਦਾ ਹੈ। ਉਸ ਪੰਡਤ ਦੀ ਸਿੱਖ ਮੱਤ ਦੁਆਰਾ ਜਿਹੜਾ ਜੱਗ ਹੈ, ਇਹ ਸਰੀਰ ਹੈ ਜਾਂ ਇਹ ਸੰਸਾਰ ਹੈ, ਇਹ ਪ੍ਰਭੂ ਵਾਲੇ ਪਾਸੇ ਮੁਰਦੇ ਤੋਂ ਜਿਉਂਦਾ ਹੋ ਜਾਂਦਾ ਹੈ, ਭਾਵ ਜਾਗ ਪੈਂਦਾ ਹੈ। ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਤ ਫਿਰ ਜੋਨ ਨਾ ਆਵੇ। ਹਰ ਕੀ ਕਥਾ ਗੁਰਬਾਣੀ, ਕਿਉਂਕਿ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਮਿੱਤਰ ਨੇ ਜਿਹੜੇ ਸਾਨੂੰ ਹਰ ਦੀਆਂ ਕਥਾ ਤੇ ਕਹਾਣੀਆਂ ਇਹ ਗੁਰਬਾਣੀ ਸੁਣਾਈ ਹੈ। ਆਂਦੇ ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਤ ਫਿਰ ਜੋਨ ਨਾ ਆਵੇ। ਹਰੀ ਦੀ ਕਥਾ, ਹਰੀ ਦੀ ਸਿੱਖਿਆ ਭਾਵ ਗੁਰਬਾਣੀ ਦਾ ਉਪਦੇਸ਼ ਨਿਰਾ ਪੜ੍ਹਦਾ ਹੀ ਨਹੀਂ, ਜਿਹੜਾ ਪੰਡਤ ਹੋ ਜਾਂਦਾ, ਮਨ ਸਿਆਣਾ ਹੋ ਜਾਂਦਾ, ਉਹਦੇ 'ਤੇ ਅਮਲ ਵੀ ਕਰਦਾ ਹੈ ਮਨ ਕਰਕੇ, ਉਹ ਫਿਰ ਮੋੜ ਮੋੜ ਕੇ ਜੂਨਾਂ 'ਚ ਨਹੀਂ ਪੈਂਦਾ। ਵੇਦ ਪ੍ਰਾਨ ਸਿਮਰਤ ਬੂਝੇ ਮੂਲ, ਸੁਖ ਮੈਂ ਜਾਣੇ ਅਸਤੂਲ, ਚੌ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਹੁਣ ਜਿਹੜਾ ਗੁਰਮਤਿ ਦਾ ਧਾਰਨੀ ਹੋ ਗਿਆ ਉਹ ਵਿਦਵਾਨ ਹੈ, ਜਿਹੜਾ ਵੇਦਾਂ ਪੁਰਾਣਾ ਸਿਮਰਤੀਆਂ ਤੇ ਹੋਰ ਜਿਹੜੇ ਧਾਰਮਿਕ ਗ੍ਰੰਥ ਹੈ ਉਹਨਾਂ ਦੇ ਸਾਰ ਤੱਤ ਨੂੰ ਸਮਝਦਾ ਹੈ ਤੇ ਦ੍ਰਿਸ਼ਟਮਾਨ ਨੂੰ ਅਦ੍ਰਿਸ਼ਟ ਪੁਰਖ ਦੇ ਅੰਦਰ ਅਨੁਭਵ ਕਰਦਾ ਹੈ। ਸਾਰੇ ਜੀਵਾਂ ਨੂੰ ਪ੍ਰਭੂ ਦੇ ਬਣਾਏ ਸਮਝ ਕੇ ਬਿਨਾਂ ਭੇਦ ਭਾਵ ਦੇ ਸਿੱਖ ਮੱਤ ਦਿੰਦਾ ਹੈ। ਤੇ ਗੁਰੂ ਜੀ ਕਹਿੰਦੇ ਆ ਮੈਂ ਉਸ ਪੰਡਤ ਨੂੰ ਸਦਾ ਨਮਸਕਾਰ ਕਰਦਾ ਹਾਂ। 1261 ਅੰਗ ਤੇ ਮਲਾਰ ਮਹਲਾ ਤੀਜਾ ਘਰ ਪਹਿਲਾ ਵਿੱਚੋਂ ਸਤਿਗੁਰੂ ਦੱਸ ਰਹੇ ਹੈ ਪੰਡਤ ਕੌਣ ਹੈ। ਸੋ ਪੰਡਤ ਜੋ ਤਿਹਾ ਗੁਣਾ ਕੀ ਪੰਡ ਅਤਾਰੇ, ਆਨੰਦਨ ਏਕੋ ਨਾਮ ਵਖਾਣੇ, ਸਤਿਗੁਰ ਕੀਓ ਦੀਖਿਆ ਲੈ, ਸਤਿਗੁਰ ਆਗੇ ਸ਼ੀਸ਼ ਧਰੇ,
ਸਦਾ ਅਲੱਗ ਰਹੇ ਨਿਰਵਾਣ, ਸੋ ਪੰਡਤ ਦਰਗਹਿ ਪ੍ਰਵਾਨ। ਸੋ ਪੰਡਤ ਜੋ ਤਿਹਾ ਗੁਣਾ ਕੀ ਪੰਡ ਅਤਾਰੇ। ਆਂਦੇ ਉਹੀ ਵਿਦਵਾਨ ਪੁਰਸ਼ ਹੈ ਜੋ ਤਿੰਨਾਂ ਗੁਣਾਂ ਦੇ ਲੱਛਣਾਂ ਦੇ ਬੋਝ ਨੂੰ ਲਾਹ ਸੁੱਟਦਾ ਹੈ ਆਪਦੇ ਮਨ ਦੇ ਵਿੱਚੋਂ। ਤਿੰਨ ਗੁਣ, ਰਾਜਗੁਣ, ਤਮ ਗੁਣ, ਸਤਿਗੁਣ, ਇਹਨਾਂ ਦੀ ਲਗਨ ਆਪਣੇ ਮਨ ਦੇ ਵਿੱਚੋਂ ਕੱਢ ਦਿੰਦਾ ਹੈ, ਉਹ ਪੰਡਤ ਹੈ। ਆਨੰਦਨ ਏਕੋ ਨਾਮ ਵਖਾਣੇ। ਆਲਾ ਹਰ ਵੇਲੇ ਉਹ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਨਾਮ ਦਾ ਜਾਪ ਕਰਦਾ ਹੈ, ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਦੇ ਅਨੁਸਾਰ ਆਪਦਾ ਜੀਵਨ ਜਿਉਂਦਾ ਹੈ। ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਉਹ ਹੌਲੀ ਹੌਲੀ ਉੱਚਾ ਉੱਠਦਾ ਜਾਂਦਾ ਹੈ। ਸਤਿਗੁਰ ਕੀ ਉਹ ਦੀਖਿਆ ਲੈ। ਆਂਦੇ ਸੱਚੇ ਗੁਰਾਂ ਦੀ ਸਿੱਖ ਮਤ ਉਹ ਗ੍ਰਹਿਣ ਕਰਦਾ ਹੈ। ਸਤਿਗੁਰ ਆਗੇ ਸੀਸ ਧਰੇ ਤੇ ਸਿੱਖ ਮਤ ਗ੍ਰਹਿਣ ਕਰਕੇ ਫਿਰ ਉਹ ਮਨਮਤ ਛੱਡ ਦਿੰਦਾ ਹੈ। ਜਿਹੜਾ ਬੰਦਾ ਮਨਮਤ ਛੱਡਦਾ ਹੈ ਉਹ ਗੁਰਮਤ ਦਾ ਧਾਰਨੀ ਹੁੰਦਾ ਹੈ। ਫਿਰ ਉਸ ਦਾ ਮਨ ਸੰਸਾਰੀ ਖਿੱਚਾਂ ਤੋਂ ਪਾਸੇ ਰਹਿੰਦਾ ਹੈ ਤੇ ਵਹਿਮ ਭਰਮ ਨਹੀਂ ਉਹ ਕਰਦਾ। ਉਹ ਫਿਰ ਕਿਸੇ ਸੂਤਕ ਪਾਤਕ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਉਹਨੂੰ ਗਿਆਨ ਹੋ ਜਾਂਦਾ ਹੈ ਵੀ ਸਭ ਕੁਛ ਜੋ ਸੰਸਾਰ 'ਚ ਜੋ ਚੀਜ਼ ਪੈਦਾ ਹੋਈ ਆ ਉਹ ਸਭ ਕੁਛ ਰੱਬ ਨੇ ਬਣਾਇਆ ਤੇ ਰੱਬ ਤੋਂ ਬਣਿਆ, ਪਰਮਾਤਮਾ ਨੇ ਬਣਾਇਆ ਤੇ ਪਰਮਾਤਮਾ ਤੋਂ ਬਣਿਆ। ਇਹ ਸਾਨੂੰ ਤਾਂ ਸੋਝੀ ਆਊਗੀ ਜੇ ਸਤਿਗੁਰ ਸਾਡੇ ਤੇ ਕਿਰਪਾ ਕਰਨ। ਆਂਦੇ ਇਹੋ ਜਿਹੀ ਕਰਨੀ ਵਾਲਾ ਪੰਡਤ ਵਿਦਵਾਨ ਪ੍ਰਭੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਤੇ ਜੇਕਰ ਅਸੀਂ ਨਿਰੀਆਂ ਬਾਹਰੀ ਭੇਖ ਹੀ ਬਣਾਈ ਰੱਖੀਏ ਉਹਦੇ ਨਾਲ ਸਾਡਾ ਛੁਟਕਾਰਾ ਨਹੀਂ ਹੋਣਾ। ਸਾਨੂੰ ਗੁਰਮਤ ਤੋਂ ਧਾਰਨੀ ਹੋ ਕੇ ਅਸੀਂ ਪਰਮਾਤਮਾ ਨਾਲ ਮੇਲ ਕਰਨਾ ਹੈ। ਹੁਣ ਅੱਗੇ ਗੁਰੂ ਸਾਹਿਬ ਕਿਰਪਾ ਕਰ ਰਹੇ ਪਹਿਲੀ ਪਾਤਸ਼ਾਹੀ। ਮਨ ਮੈਂ ਮਨੁਆ ਜੇ ਮਰੇ, ਤਾਂ ਫਿਰ ਰਾਵੇ ਨਾਰ, ਇਕਤ ਤਾਗੇ ਰਲ ਮਿਲੇ, ਗਲ ਮੋਤੀਆਂ ਕਾ ਹਾਰ। ਮਨ ਮੈਂ ਮਨੁਆ ਜੇ ਮਰੇ, ਤਾਂ ਫਿਰ ਪਾਵੇ ਨਾਰ, ਇਕਤ ਤਾਗੇ ਰਲ ਮਿਲੇ, ਗਲ ਮੋਤੀਆਂ ਕਾ ਹਾਰ। ਸੰਤ ਸਭਾ ਸੁਖ ਉਪਜੈ, ਗੁਰਮੁਖ ਨਾਮ ਆਧਾਰ। ਆਂਦੇ ਮਨ ਦੇ ਵਿੱਚੋਂ ਜੇ ਹੰਕਾਰੀ ਬਿਰਤੀ ਖਤਮ ਹੋ ਜਾਵੇ ਤਾਂ ਪ੍ਰਭੂ ਪ੍ਰਤੀ ਨਾਲ ਮੇਲ ਹੋ ਜਾਂਦਾ ਹੈ। ਫਿਰ ਤਾਗੇ ਵਿੱਚ ਪਰੋਤੇ ਹੋਏ ਮੋਤੀਆਂ ਦੀ ਮਾਲਾ ਵਾਂਗ ਮਨ ਗੁਰੂ ਦੇ ਗਿਆਨ ਨਾਲ, ਗੁਰੂ ਦੀ ਮੱਤ ਨਾਲ ਇੱਕ ਹੋ ਜਾਂਦਾ ਹੈ। ਗੁਰੂ ਵਾਲੇ ਗੁਣ ਆਪਦੇ ਹਿਰਦੇ 'ਚ ਪਰੋ ਲੈਂਦਾ ਹੈ। ਸੰਤ ਸਭਾ ਸੁਖ ਉਪਜੇ, ਗੁਰਮੁਖ ਨਾਮ ਆਧਾਰ। ਆਂਦਾ ਸਤ ਸੰਗਤ ਵਿੱਚ ਗੁਰਮੁਖ ਹੋਣ ਕਰਕੇ ਗਿਆਨ ਪੈਦਾ ਹੁੰਦਾ ਹੈ ਤੇ ਜੋ ਨਾਮ ਦਾ ਆਸਰਾ ਬਣਦਾ ਹੈ। ਹੁਣ ਜੇ ਤਾਂ ਗਿਆਨ ਅਸੀਂ ਆਪਦੇ ਅੰਦਰ ਪੈਦਾ ਕਰ ਲਿਆ ਤੇ ਗੁਰੂ ਦੀ ਮੱਤ ਸਾਡੇ ਤੇ ਕਿਰਪਾ ਗਈ ਹੋ, ਮੇਰੇ ਮਨ ਹਰ ਹਰ ਨਾਮ ਤੇ ਆਏ, ਸੱਚੀ ਭਗਤ ਤਾ ਥੀਏ, ਜਾਂ ਹਰ ਵਸੇ ਮਨ ਆਏ। ਮੇਰੇ ਮਨ ਤੂੰ ਹਰੀ ਦਾ ਨਾਮ ਧਿਆ, ਤੇ ਹਰੀ ਦਾ ਨਾਮ ਹੈ ਗੁਰਬਾਣੀ, ਇਹਨੂੰ ਤੂੰ ਚੇਤੇ ਰੱਖ, ਇਹਨੂੰ ਮੱਤ 'ਚ ਵਸਾ ਤੇ ਸੱਚਾ ਪ੍ਰੇਮ ਤੇਰੇ ਨਾਲ ਤਾਂ ਹੀ ਹੈ, ਭਗਤੀ ਤਾਂ ਹੀ ਹੋਣੀ ਹੈ ਜੇ ਇਹਦੇ ਰਾਹੀਂ ਤੇਰੀ ਮੱਤ ਬਦਲ ਜੇ। ਤੇ ਜੇਕਰ ਸਾਡੀ ਮੱਤ ਨਹੀਂ ਬਦਲੀ ਤੇ ਅਸੀਂ ਜੋ ਕੁਛ ਵੀ ਕਰ ਰਹੇ ਹਾਂ ਉਹ ਕਰਮਕਾਂਡ ਹੈ ਤੇ ਕਰਮਕਾਂਡ ਦੇ ਨਾਲ ਪਰਮਾਤਮਾ ਨਾਲ ਮੇਲ ਨਹੀਂ ਹੋਣਾ। ਆਸਾ ਮਹਿਲਾ ਪੰਜਵਾਂ 368 ਅੰਗ ਉਹ ਸ਼ਬਦ ਦੇ ਵਿੱਚੋਂ ਕੀ ਸਮਝਾ ਰਹੇ ਗੁਰੂ ਸਾਹਿਬ। ਸਤਿਗੁਰ ਕਾ ਸੱਚ ਸ਼ਬਦ ਕਮਾਵੋ, ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ। ਆਂਦੇ ਸੱਚੇ ਗੁਰਾਂ ਦੀ ਜਿਹੜੀ ਸੱਚੀ ਬਾਣੀ ਹੈ ਉਹਦੇ ਤੇ ਮਨਾਂ ਤੋਂ ਅਮਲ ਕਰ। ਜਦੋਂ ਅਮਲ ਕਰੇਗਾ
ਤੇਰੇ ਹਿਰਦੇ ਦੇ ਵਿੱਚ ਗੁਰੂ ਦਾ ਉਪਦੇਸ਼ ਟਿਕ ਜੂਗਾ ਤੇ ਉਹਦੇ ਨਾਲ ਤੇਰਾ ਪ੍ਰਮਾਤਮਾ ਨਾਲ ਮੇਲ ਹੋ ਜੂਗਾ। ਹੁਣ ਜੇਕਰ ਅਸੀਂ ਗੁਰਮਤਿ ਨੂੰ ਕਮਾ ਰਹੇ ਹਾਂ, ਗੁਰੂ ਦੀ ਗੱਲ ਤੇ ਅਮਲ ਕਰ ਰਹੇ ਹਾਂ, ਤਾਂ ਸਤਿਗੁਰਾਂ ਦੀ ਕਿਰਪਾ ਸਾਡੇ ਤੇ ਹੋਣੀ ਹੈ। ਤੇ ਜੇਕਰ ਅਸੀਂ ਇਕੱਲੀ ਪੜ੍ਹ ਰਹੇ ਹਾਂ ਤੇ ਫੇਰ ਭਾਈ ਅਸੀਂ ਜੋ ਕਰ ਰਹੇ ਹਾਂ ਉਹ ਕਰਮਕਾਂਡ ਹੈ, ਤੇ ਕਰਮਕਾਂਡ ਕਰਨ ਦੇ ਨਾਲ ਪਰਮਾਤਮਾ ਦੇ ਨਾਲ ਮੇਲ ਨਹੀਂ ਹੋਣਾ। ਹੁਣ ਗੁਰੂ ਸਾਹਿਬ ਕੀ ਦੱਸ ਰਹੇ ਹੈ? ਜਾਮੂ ਇੱਕ ਤਾਂ ਲੱਖ ਤਵੇ ਜਿੱਤ ਪਿੰਨਣੇ ਦਰ ਕਿਤੜੇ, ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੇ ਵਿਸਰੇ। ਇਹ ਮਾਰੂ ਰਾਗ ਦੇ ਵਿੱਚ ਉਹਨਾਂ ਨੇ ਦੱਸਿਆ ਹੈ, ਜਾਮੂ ਇੱਕ ਤਾਂ ਲੱਖ ਤੋਂ ਜਿੱਤ ਪਿੰਨੇ ਦਰ ਕਿਤੜੇ, ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ। ਆਂਦੇ ਹੇ ਵਿਦਵਾਨ ਪੰਡਤ, ਤੇਰਾ ਜੀਵਨ ਵਿਅਰਥ ਗਿਆ ਹੈ, ਕਿਉਂਕਿ ਤੂੰ ਉਸਨੂੰ ਭੁਲਾ ਦਿੱਤਾ ਹੈ ਜਿਸ ਨੇ ਤੈਨੂੰ ਰਚਿਆ ਹੈ। ਤੇ ਹੁਣ ਅਸੀਂ ਵੀ ਆਪਦੇ ਅੰਦਰ ਸੋਚ ਕੇ ਵੇਖੀਏ ਵੀ ਅਸੀਂ ਵੀ ਉਸ ਪਰਮਾਤਮਾ ਨੂੰ ਯਾਦ ਕਰ ਰਹੇ ਹਾਂ ਕਿ ਨਹੀਂ, ਕਿ ਐਵੇਂ ਗੱਲਾਂ ਬਾਤਾਂ ਦੇ ਨਾਲ ਹੀ ਅਸੀਂ ਸੱਜਣ ਬਣੇ ਬੈਠੇ ਹਾਂ। ਗੁਰੂ ਵਾਹਿਗੁਰੂ ਕਿਰਪਾ ਕਰੇ ਅਸੀਂ ਆਪਣੇ ਮਨ ਨੂੰ ਨਿਰਮਲ ਕਰੀਏ। ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤੇ ਨਿਰਮਲ ਜਿਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ। ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ। ਸਦਾ ਰਹੇ ਗੁਰ ਨਾਲੇ। ਜਿਨ੍ਹਾਂ ਨੇ ਆਪਦੇ ਮਨ ਨੂੰ ਵਿਕਾਰਾਂ ਤੋਂ ਵਹਿਤ ਕਰ ਲਿਆ, ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤੇ ਨਿਰਮਲ ਜਿਉ ਨਿਰਮਲ। ਜਿਨ੍ਹਾਂ ਨੇ ਅੰਦਰੋਂ ਬਾਹਰੋਂ ਇੱਕ ਹੋ ਗਏ, ਗੁਰੂ ਦਾ ਉਪਦੇਸ਼ ਮੰਨ ਕੇ ਉਸ 'ਤੇ ਪਹਿਰਾ ਦਿੱਤਾ, ਸਦਾ ਉਸ ਨੂੰ ਆਪਦਾ ਸਾਥੀ ਬਣਾਇਆ, ਸੱਜਣ ਬਣਾਇਆ, ਰਾਖਾ ਬਣਾਇਆ, ਤੇ ਗੁਰੂ ਫਿਰ ਉਹਨਾਂ ਦੀ ਬਾਂਹ ਫੜ ਲੈਂਦਾ ਹੈ। ਤੇ ਜਿਨ੍ਹਾਂ ਦੀ ਗੁਰੂ ਨੇ ਬਾਂਹ ਫੜ ਲਈ, ਉਹਨਾਂ ਨੂੰ ਫਿਰ ਕਿਸੇ ਹੋਰ ਸਹਾਰੇ ਦੀ ਲੋੜ ਨਹੀਂ, ਕਿਉਂਕਿ ਗੁਰੂ ਸਾਡਾ ਦਰਗਾਹ ਕਾ ਬਸੀਤ ਹੈ। ਹਰ ਨਾਮੋ ਮੰਤਰ ਦਰਾਏ ਦਾ, ਕੱਟੇ ਹਉਮੈ ਰੋਗ। ਇਹ ਹਰੀ ਨਾਮ ਦਾ ਉਪਦੇਸ਼ ਦੇ ਕੇ ਸਾਡੇ ਹਉਮੈ ਦੇ ਰੋਗ ਨੂੰ ਖਤਮ ਕਰਦਾ ਹੈ। ਉਹਦਾ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਟ। ਇਹ ਪਰਮਾਤਮਾ ਦੇ ਦਰਗਾਹ ਦਾ ਵਕੀਲ ਹੈ, ਵਿਛੜਿਆਂ ਨੂੰ ਸਾਨੂੰ ਮਿਲਦਾ ਹੈ। ਹਰ ਨਾਮੋ ਮੰਤਰ ਦੜਾਏਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰੂ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਨ੍ਹਾਂ ਨੇ ਗੁਰਬਾਣੀ ਨੂੰ ਹਿਰਦੇ ਦੇ ਵਿੱਚ ਧਾਰ ਲਿਆ, ਉਹਨਾਂ ਦਾ ਪਰਮਾਤਮਾ ਨਾਲ ਮੇਲ ਹੋਊਗਾ। ਸਤਿਗੁਰੂ ਸਾਡਾ ਵਿਚੋਲਾ ਹੈ। ਗੁਰੂ ਜੀ ਕਿਰਪਾ ਕਰਨ, ਸਾਨੂੰ ਬਾਣੀ ਦੇ ਮਾਰਗ ਵਿੱਚ ਚੱਲਣ ਦੀ ਸਮਰੱਥਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।